राख लहो हम ते बिगड़ी, राख लहो हम ते बिगड़ी। सील धर्म जप भगत न कीने, हो अभिमान टेढ़ पगरे। अमर जान संची एह काया, एह मिथ्या काची घगरी। जिन्हें निवाज साज हम किए, तसा बसार अवर लगरे। संधक तोहे साध नहीं कहियो, सरन परे तुमरी पगरी। कह कबीर एह बिनती सुनियो, मत घालो जम की खबरी। कह कबीर एह बिनती सुनियो, मत घालो जम की खबरी। हम अवगुण भरे एक गुण नाही, अमृत छाड़ बिख बिख खाई। माया मोह परम पै भूले, सुतदारा स्यों प्रीत लगाई। एक उत्तम पंथ सुन्यो गुर संगत, तेह मिलंत जम त्रास मिटाई। एक अरदास पाठ कीरत की, गुर रामदास राखो। सुकहो टल गुर सेविय, अहनस सहज। दर्शन परस गुरु का, जन्म मरण दुख होवै सिफत खसंबंधी। दूर अर सह गुर सह चटी, तुद डठे सच्चे पातशाह। मल जन्म जन्म दे, सज्जन सच्चा पातशाह। सिर साहांदे, जिस पास बैठिया सोहिया। सबना दा वेसा हो। सतनाम। श्री वाहेगुरु साहिब जी। राग सूही छंत महला तीजा। घर दूजा। एक ओंकार सतगुर प्रसाद। सुख सोहिलड़ा हर त्यावहु। गुरमुख हर फल पावहु। गुरमुख फल पावहु हर नाम त्यावहु। जन्म जन्म के दुख निवारी। बलिहारी गुर अपने बिटहु। जिन कारज सब सवारी। सुख सोहिलड़ा हर त्यावहु। गुरमुख हर फल पावहु। गुरमुख फल पावहु हर नाम त्यावहु। जन्म जन्म के दुख निवारी। बलिहारी गुर अपने बिटहु। जिन कारज सब सवारी। हर प्रभ कृपा करे हर जापहु।
ਸੁਖ ਫਲ ਹਰ ਜਨ ਪਾਵਹੁ, ਨਾਨਕ ਕਹੈ ਸੁਨਹੁ ਜਨ ਪਾਈ। ਸੁਖ ਸੋਹਿਲੜਾ ਹਰ ਧਿਆਵਹੁ, ਸੁਣ ਹਰ ਗੁਣ ਭੀਨੇ ਸਹਿਜ ਸੁਭਾਈ। ਗੁਰਮਤਿ ਸਹਜੇ ਨਾਮ ਧਿਆਈ, ਜਿਨ ਕਉ ਧੁਰ ਲਿਖਿਆ ਤਿਨ ਗੁਰ ਮਿਲਿਆ। ਤਿਨ ਜਨਮ ਮਰਨ ਭਉ ਭਾਗਾ, ਅੰਦਰੋਹ ਦੁਰਮਤ ਦੂਜੀ ਖੋਈ। ਸੋ ਜਨ ਹਰ ਲਿਵ ਲਾਗਾ, ਜਿਨ ਕਉ ਕਿਰਪਾ ਕੀਨੀ ਮੇਰੇ ਸੁਆਮੀ। ਤਿਨ ਅਨ ਦਿਨ ਹਰ ਗੁਣ ਗਾਈ, ਸੁਣ ਮਨ ਭੀਨੇ ਸਹਿਜ ਸੁਭਾਈ। ਜੁਗ ਮਹਿ ਰਾਮ ਨਾਮ ਨਿਸਤਾਰਾ, ਗੁਰ ਤੇ ਉਪਜੈ ਸ਼ਬਦ ਵਿਚਾਰਾ। ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਈ। ਸਹਜ ਗੁਣ ਗਾਵੈ ਦਿਨ ਰਾਤੀ, ਕਿਲ ਵੇਖ ਸਭ ਗਵਾਈ। ਸਭ ਕੋ ਤੇਰਾ ਤੂੰ ਸਭਨਾ ਕਾ, ਹਉ ਤੇਰਾ ਤੂੰ ਹਮਾਰਾ। ਜੁਗ ਮਹਿ ਰਾਮ ਨਾਮ ਨਿਸਤਾਰਾ, ਸਾਜਨ ਆਏ ਬੁੱਠੇ ਘਰ ਮਾਹੀ। ਹਰ ਗੁਣ ਗਾਵਹਿ ਤ੍ਰਿਪਤ ਅਗਾਹੀ, ਹਰ ਗੁਣ ਗਾਏ ਸਦਾ ਤ੍ਰਿਪਤਾਸੀ। ਫਿਰ ਭੂਖ ਨ ਲਾਗੈ ਆਏ, ਦਹ ਦਿਸ ਪੂਜਾ ਹੋਵੈ ਹਰ ਜਨ ਕੀ। ਜੋ ਹਰ ਹਰ ਨਾਮ ਧਿਆਏ, ਨਾਨਕ ਹਰ ਆਪੇ ਜੋੜ ਵਿਛੋੜੇ। ਹਰ ਬਿਨ ਕੋ ਦੂਜਾ ਨਾਹੀ, ਸਾਜਨ ਆਏ ਬੁੱਠੇ ਘਰ ਮਾਹੀ। ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ। ਸਾਜਨ ਆਏ ਬੁੱਠੇ ਘਰ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੇ ਹੋਏ ਗੁਰੂ ਰੰਗ 'ਚ ਰੰਗੇ ਹੋਏ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ। ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਵਿੱਚ ਜੁੜ ਕੇ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸ੍ਰੀ ਮੁਖਵਾਕ ਅੰਮ੍ਰਿਤ ਵੇਲੇ ਗੁਰਦੇਵ ਨੇ ਬਖਸ਼ਿਸ਼ ਕੀਤੇ ਹਨ। ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਰਾਗ ਸੂਹੀ ਦੇ ਛੰਤਾਂ 'ਚ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਮਨ ਔਰ ਬਿਰਤੀਆਂ ਨੂੰ ਤੀਸਰੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਛੰਤ ਮਹੱਲਾ ਤੀਜਾ ਘਰ ਦੂਜਾ। ਰਾਗ ਸੂਹੀ ਹੈ। ਛੰਤ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਉਚਾਰਨ ਕਰ ਰਹੇ ਨੇ।
ਦੂਜੇ ਘਰ ਸੁਰਤਾਲ ਵਿੱਚ ਇਹਨਾਂ ਪਵਿੱਤਰ ਛੰਤਾਂ ਨੂੰ ਗਾਇਨ ਕਰਨ ਦਾ ਹੁਕਮ ਹੈ। ਇਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ, ਜਿਸ ਵਰਗਾ ਕੋਈ ਦੂਜਾ ਨਹੀਂ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਤਿਸ ਬ੍ਰਹਮ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਛੰਤਾਂ ਦੀ ਆਰੰਭਤਾ ਕਰਦੇ ਹਨ। ਸੁਖ ਸੁਹਿਲੜਾ ਹਰ ਧਿਆਵਹੁ। ਇਹ ਭਾਈ ਉਸ ਹਰੀ ਨੂੰ ਧਿਆਵੋ, ਉਸ ਨਿਰੰਕਾਰ ਪਰਮੇਸ਼ਰ ਨੂੰ ਧਿਆਵੋ, ਜਿਸ ਨੂੰ ਧਿਆ ਕੇ ਤੁਹਾਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਦੋ ਚੀਜ਼ਾਂ ਮਹਾਰਾਜ ਜੀ ਨੇ ਇੱਥੇ ਦੱਸੀਆਂ ਨੇ, ਸੁਖ ਤੇ ਸੁਹਿਲੜਾ। ਹਰੀ ਨੂੰ ਜਦੋਂ ਧਿਆਵੋਗੇ ਸੁੱਖਾਂ ਦੀ ਪ੍ਰਾਪਤੀ ਵੀ ਹੋਵੇਗੀ। ਸੁਹਿਲੜਾ ਦਾ ਮਤਲਬ ਹੁੰਦਾ ਜਸ, ਸੋਭਾ, ਵਡਿਆਈ। ਹਰੀ ਨੂੰ ਧਿਆਉਣ ਵਾਲਿਆਂ ਦਾ ਜਸ ਵੀ ਹੁੰਦਾ, ਸੋਭਾ ਵੀ ਹੁੰਦੀ ਹੈ। ਇਹ ਦੋਵੇਂ ਦਾਤਾਂ ਨੂੰ ਪ੍ਰਾਪਤ ਹੋ ਜਾਂਦੀਆਂ। ਭਾਵੇਂ ਕਿ ਨਾਮ ਧਿਆਉਣ ਵਾਲੇ ਦੇ ਹਿਰਦੇ 'ਚ ਕੋਈ ਕਾਮਨਾ ਨਹੀਂ ਚਾਹੀਏ, ਕਿਉਂਕਿ ਜਦੋਂ ਸਤਿਗੁਰੂ ਜੀ ਬਚਨ ਕਰਦੇ ਆ ਨਾ, ਨਾਮ ਬੀਜ, ਤੇ ਪਾਤਸ਼ਾਹ ਅੱਗੇ ਸਪਸ਼ਟ ਲਫ਼ਜ਼ਾਂ ਵਿੱਚ ਕਹਿੰਦੇ ਆ ਸੰਤੋਖ ਸੁਹਾਗਾ, ਕਿ ਨਾਮ ਦਾ ਬੀਜ ਬੀਜ ਕੇ ਉੱਤੇ ਸਬਰ ਦਾ, ਸੰਤੋਖ ਦਾ ਸੁਹਾਗਾ ਫੇਰਨਾ, ਯਾਨੀ ਕਿ ਕੋਈ ਕਾਮਨਾ ਨਹੀਂ ਰੱਖਣੀ। ਪਰ ਨਾਮ ਧਿਆਉਣ ਦੀ ਬਰਕਤ ਇਹ ਹੈ ਜਿਹੜੀ ਸੁਤੇ ਸਿੱਧ ਪ੍ਰਾਪਤ ਹੋ ਜਾਂਦੀ ਹੈ। ਇੱਕ ਤਾਂ ਹੈ ਸੁੱਖ ਤੇ ਦੂਜਾ ਹੈ ਸੁਹਿਲੜਾ, ਜਸ, ਸੋਭਾ। ਹਰੀ ਪਰਮੇਸ਼ਰ ਨੂੰ ਧਿਆ ਕੇ ਸੁਖ ਦੀ ਪ੍ਰਾਪਤੀ ਵੀ ਹੋਵੇਗੀ। ਹਰੀ ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆ ਕੇ ਸੁਹਿਲੜਾ ਜਸ ਵੀ ਪ੍ਰਾਪਤ ਹੋਵੇਗਾ, ਸੋਭਾ ਵੀ ਪ੍ਰਾਪਤ ਹੋਵੇਗੀ। ਕਬੀਰ ਜੀ ਜੈਸੇ ਮਹਾਂਪੁਰਸ਼ਾਂ ਨੇ ਕਾਂਖਾ ਨਹੀਂ ਸੀ ਕੀਤੀ ਕਿ ਸਾਡਾ ਜਸ ਹੋਵੇ, ਸਾਡੀ ਸੋਭਾ ਹੋਵੇ। ਨਾ ਕਿਤੇ ਰਵਿਦਾਸ ਜੀ ਮਹਾਰਾਜ ਜੀ ਦੇ ਹਿਰਦੇ 'ਚ ਇੱਛਾ ਸੀ, ਪਰ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣ ਦੀ ਬਰਕਤ ਇਹ ਹੈ ਕਿ ਕਬੀਰ ਜੀ ਦੀ, ਰਵਿਦਾਸ ਜੀ ਦੇ ਔਰ ਹੋਰ ਅਨੇਕਾਂ ਭਗਤ ਮਹਾਂਪੁਰਸ਼ ਜਿਨ੍ਹਾਂ ਦਾ ਜਸ, ਜਿਨ੍ਹਾਂ ਦੀ ਸੋਭਾ ਸੰਸਾਰ ਵਿੱਚ ਉਸ ਵੇਲੇ ਵੀ ਹੋਈ, ਹੁਣ ਵੀ ਹੋ ਰਹੀ ਹੈ ਤੇ ਅਗਾਂਹ ਨੂੰ ਵੀ ਹੁੰਦੀ ਰਹੇਗੀ। ਇਹ ਨਾਮ ਦਾ ਪ੍ਰਤਾਪ ਹੈ। ਨਾਮ ਦਾ ਇੱਕ ਅੱਖਰੀ ਅਰਥ ਹੁੰਦਾ ਜੋ ਪ੍ਰਸਿੱਧ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਮ ਦਾ ਮਤਲਬ ਹੁੰਦਾ ਪ੍ਰਸਿੱਧ, ਜੋ ਨਾ ਆਮ, ਜੋ ਆਮ ਨਹੀਂ ਹੈ, ਖਾਸ ਹੋਵੇ, ਉਹਨੂੰ ਕਹਿੰਦੇ ਨੇ ਨਾਮ, ਪ੍ਰਸਿੱਧ। ਤੋ ਜਿਹੜਾ ਜਿਹੜਾ ਵੀ ਨਾਮ ਜਪਦਾ ਉਹ ਵੀ ਇਹ ਸੰਸਾਰ 'ਚ ਆਮ ਨਹੀਂ ਰਹਿ ਜਾਂਦਾ। ਨਾ ਆਮ, ਉਹ ਵੀ ਆਮ ਨਹੀਂ ਰਹਿ ਜਾਂਦਾ। ਜਿਵੇਂ ਨਾਮ ਪ੍ਰਸਿੱਧ ਹੈ, ਨਾਮ ਜਪਣ ਵਾਲੇ ਵੀ ਇਸ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦੇ ਨੇ, ਪ੍ਰਸਿੱਧ ਹੋ ਜਾਂਦੇ। ਉਹਨਾਂ ਦੀ ਸੋਭਾ, ਉਹਨਾਂ ਦੀ ਵਡਿਆਈ, ਉਹਨਾਂ ਦਾ ਜਸ, ਉਹਨਾਂ ਦਾ ਐਸ਼ਵਰਜ ਸੁਤੇ ਸਿੱਧੀ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦਾ। ਇਹ ਨਾਮ ਦਾ ਪ੍ਰਤਾਪ ਹੈ ਕਿ ਨਾਮ ਜਪਣ ਵਾਲਿਆਂ ਨੂੰ ਨਾਮ ਛਿਪ ਕੇ ਨਹੀਂ ਰਹਿਣ ਦਿੰਦਾ, ਉਹਨਾਂ ਨੂੰ ਬਦੋ ਬਦੀ ਸੰਸਾਰ 'ਚ ਪ੍ਰਗਟ ਕਰ ਦਿੰਦਾ। ਇਹ ਨਾਮ ਦਾ ਪ੍ਰਤਾਪ ਹੈ, ਨਾਮ ਦੀ ਮਹਿਮਾ ਹੈ। ਤੋ ਜਿਹੜੇ ਜਿਹੜੇ ਨਾਮ ਧਿਆਉਣਗੇ, ਹਰੀ ਪਰਮੇਸ਼ਰ ਦੇ ਜਾਪ ਨੂੰ ਜਪਣਗੇ, ਮਹਾਰਾਜ ਜੀ ਕਹਿੰਦੇ ਉਸ ਹਰੀ ਨੂੰ ਧਿਆਵੋ ਬਈ, ਜਿਸ ਨੂੰ ਧਿਆ ਕੇ ਤੁਹਾਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ, ਜਸ ਪ੍ਰਾਪਤ ਹੋਵੇਗਾ, ਸੋਭਾ ਦੀ ਪ੍ਰਾਪਤੀ ਹੋਵੇਗੀ। ਗੁਰਮੁਖ ਹਰ ਫਲ ਪਾਵਹੁ। ਤੀਸਰੇ ਪਾਤਸ਼ਾਹ ਕਹਿੰਦੇ ਗੁਰੂ ਦੇ ਮੁਖ ਦੁਆਰਾ ਹੀ ਤੁਹਾਨੂੰ ਇਹ ਹਰੀ ਦੇ ਨਾਮ ਰੂਪੀ ਫਲ ਦੀ ਪ੍ਰਾਪਤੀ ਹੋਣੀ ਹੈ, ਹੋਰ ਕੋਈ ਤਰੀਕਾ ਨਹੀਂ। ਨਾਮ ਦੀ ਪ੍ਰਾਪਤੀ ਕੇਵਲ ਗੁਰੂ ਦੇ ਦੁਆਰਾ ਪ੍ਰਾਪਤ ਹੋਣੀ ਹੈ। ਗੁਰੂ ਤੋਂ ਬਿਨਾਂ ਹਰੀ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਬਰਕਤ ਨਹੀਂ ਮਿਲਦੀ। ਇਸ ਕਰਕੇ ਗੁਰਦੇਵ ਕਹਿੰਦੇ ਭਾਈ,
ਗੁਰੂ ਦੇ ਮੁਖ ਦੁਆਰਾ ਹੀ ਤੁਸੀਂ ਇਸ ਹਰੀ ਫਲ ਨੂੰ ਪਾਵੋਗੇ। ਗੁਰਮੁਖ ਫਲ ਪਾਵਹੁ ਹਰ ਨਾਮ ਧਿਆਵਹੁ ਜਨਮ ਜਨਮ ਕੇ ਦੁਖ ਨਿਵਾਰੇ। ਗੁਰੂ ਦੇ ਮੁਖ ਦੁਆਰਾ ਇਸ ਹਰੀ ਨਾਮ ਰੂਪੀ ਫਲ ਨੂੰ ਪ੍ਰਾਪਤ ਕਰਕੇ ਹੇ ਭਾਈ ਹਰੀ ਦੇ ਨਾਮ ਨੂੰ ਧਿਆਵੋ। ਜਦੋਂ ਤੁਸੀਂ ਹਰੀ ਦਾ ਨਾਮ ਧਿਆਵੋਗੇ, ਅਰਾਧੋਗੇ, ਤੇ ਹਰੀ ਦੇ ਨਾਮ ਨੂੰ ਧਿਆਉਣ ਦੀ ਇਹ ਬਰਕਤ ਹੈ ਕਿ ਜਨਮਾਂ ਜਨਮਾਂ ਦੇ ਦੁੱਖ ਨਿਰਵਿਰਤ ਹੋਣਗੇ। ਹਰ ਨਾਮ ਧਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ। ਜਨਮਾਂ ਜਨਮਾਂਤਰਾਂ ਦੇ ਦੁੱਖ ਨਿਰਵਿਰਤ ਹੋਣਗੇ ਜਦੋਂ ਤੁਸੀਂ ਹਰੀ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀ ਸਾਧਨਾ ਕਰੋਗੇ, ਨਾਮ ਧਿਆਵੋਗੇ। ਬਲਿਹਾਰੀ ਗੁਰ ਆਪਣੇ ਬਿਟਹੁ ਜਿਨ ਕਾਰਜ ਸਭ ਸਵਾਰੇ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਮੈਂ ਆਪਣੇ ਗੁਰੂ ਤੋਂ ਵਾਰੇ-ਵਾਰੇ ਜਾਂਦਾ ਹਾਂ। ਮੇਰੇ ਜਿਸ ਗੁਰੂ ਨੇ ਮੇਰੇ ਸਾਰੇ ਕਾਰਜ ਸਵਾਰ ਦਿੱਤੇ ਹਨ। ਮੇਰਾ ਕੋਈ ਕੰਮ ਅਧੂਰਾ ਨਹੀਂ ਰਿਹਾ, ਸਾਰੇ ਕਾਰਜ ਮੇਰੇ ਗੁਰੂ ਨੇ ਸਫਲੇ ਕਰ ਦਿੱਤੇ ਹੈ। ਕੋਈ ਕੰਮ ਅਧੂਰਾ ਨਹੀਂ ਰਿਹਾ ਜਿਹਨੂੰ ਕਰਨ ਵਾਸਤੇ ਹੁਣ ਦੁਬਾਰਾ ਜੰਮਣਾ ਪਵੇ, ਦੁਬਾਰਾ ਜਨਮ ਮਰਨ ਚ ਭਟਕਣਾ ਪਵੇ। ਮੇਰੇ ਸਾਰੇ ਕਾਰਜ ਮੇਰੇ ਗੁਰਦੇਵ ਨੇ ਸਵਾਰ ਦਿੱਤੇ ਹਨ। ਹਰ ਪ੍ਰਭ ਕਿਰਪਾ ਕਰੇ ਹਰ ਜਪਹੁ ਸੁਖ ਫਲ ਹਰ ਜਨ ਪਾਵਹੁ। ਹਰੀ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਕਿਰਪਾ ਕਰੇ ਤਾਂ ਹਰੀ ਦੇ ਜਾਪ ਨੂੰ ਜਪਿਆ ਜਾ ਸਕਦਾ ਹੈ। ਹਰੀ ਪ੍ਰਭੂ ਕਿਰਪਾ ਕਰੇ ਤਾਂ ਹਰੀ ਜਪਿਆ ਜਾਂਦਾ ਹੈ। ਸੁਖ ਫਲ ਹਰ ਜਨ ਪਾਵਹੁ। ਇਹ ਹਰੀ ਕੇ ਜਨੋ, ਇਸ ਸੁਖ ਫਲ ਨੂੰ ਤੁਸੀਂ ਪ੍ਰਾਪਤ ਕਰੋ। ਇਹ ਸੁਖ ਫਲ ਹੈ। ਹਰੀ ਦੇ ਨਾਮ ਨੂੰ ਧਿਆਉਣਾ, ਹਰੀ ਦੇ ਨਾਮ ਨੂੰ ਜਪਣਾ ਹੀ ਸਭ ਤੋਂ ਵੱਡਾ ਸੁਖ ਹੈ। ਇਹ ਸੁਖ ਹੈ ਹਰੀ ਕੇ ਜਨੋ ਤੁਸੀਂ ਪ੍ਰਾਪਤ ਕਰੋ। ਨਾਨਕ ਕਹੈ ਸੁਨਹੁ ਜਨ ਭਾਈ ਸੁਖ ਸੋਹਿਲੜਾ ਹਰ ਧਿਆਵਹੁ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਆ, ਹੇ ਜਨੋ, ਹੇ ਭਰਾਵੋ, ਸੁਣੋ। ਜੋ ਸੁੱਖਾਂ ਦਾ ਦਾਤਾ ਹੈ ਤੇ ਜਸ ਦਾ ਦਾਤਾ ਹੈ, ਜੋ ਸੁਖ ਵੀ ਦਿੰਦਾ ਹੈ, ਜੋ ਜਸ ਵੀ ਦਿੰਦਾ ਹੈ, ਸੁਖ ਤੇ ਜਸ ਦੇਣ ਵਾਲੇ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਧਿਆਵੋ। ਜਿਹੜਾ ਸੁਖ ਵੀ ਬਖਸ਼ਦਾ, ਸੋਭਾ ਵੀ ਦਿੰਦਾ, ਵਡਿਆਈ ਵੀ ਦਿੰਦਾ, ਜਿਹੜਾ ਮਾਣ ਦਿੰਦਾ ਹੈ, ਜਿਹੜਾ ਸਤਿਕਾਰ ਦਿੰਦਾ ਹੈ, ਹੇ ਭਾਈ ਐਸੇ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਵੋ। ਸੁਣ ਹਰ ਗੁਣ ਭੀਨੇ ਸਹਿਜ ਸੁਭਾਈ। ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਸੁਣਦੇ ਨੇ ਔਰ ਸੁਣ ਕੇ ਸੁਤੇ ਸਿੱਧ ਉਹਨਾਂ ਗੁਣਾਂ ਵਿੱਚ ਭਿੱਜ ਜਾਂਦੇ ਨੇ। ਭੀਨੇ ਦਾ ਮਤਲਬ ਹੁੰਦਾ ਭਿੱਜ ਜਾਣਾ। ਹਰੀ ਨਿਰੰਕਾਰ ਪਰਮੇਸ਼ਰ ਦੇ ਗੁਣਾਂ ਨੂੰ ਸੁਣ ਕੇ ਰੱਬ ਦੇ ਪਿਆਰੇ ਉਹਨਾਂ ਗੁਣਾਂ ਵਿੱਚ ਭਿੱਜੇ ਰਹਿੰਦੇ ਹਨ। ਗੁਰਮਤਿ ਸਹਜੇ ਨਾਮ ਧਿਆਏ। ਜਿਹੜੇ ਭਾਈ ਗੁਰੂ ਦੀ ਮੱਤ ਲੈਣ ਵਾਲੇ ਗੁਰਮੁਖ ਨੇ, ਉਹ ਸਹਿਜੇ ਹੀ ਸੁਤੇ ਸਿੱਧ ਹੀ ਹਰੀ ਨਿਰੰਕਾਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਉਂਦੇ ਹਨ। ਜਿਨ ਕਾ ਧੁਰ ਲਿਖਿਆ ਤਿਨ ਗੁਰ ਮਿਲਿਆ। ਜਿਨ੍ਹਾਂ ਦੇ ਭਾਗਾਂ ਵਿੱਚ ਵਾਹਿਗੁਰੂ ਨੇ ਲਿਖਿਆ ਨਾ, ਉਹਨਾਂ ਨੂੰ ਗੁਰੂ ਮਿਲਿਆ। ਸਤਿਗੁਰਾਂ ਦਾ ਮੇਲ ਉਹਨਾਂ ਨੂੰ ਪ੍ਰਾਪਤ ਹੋਇਆ ਜਿਨ੍ਹਾਂ ਦੇ ਮਸਤਕ ਤੇ ਪਰਮੇਸ਼ਰ ਨੇ ਧੁਰ ਦਰਗਾਹ ਤੋਂ ਲੇਖ ਪਾਏ ਹੈ। ਏਦਾਂ ਕਹਿ ਸਕਦੇ ਹਾਂ, ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਕੀਤੇ ਕਰਮ ਚੰਗੇ ਸਨ। ਧੰਨ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਦੀ ਜਨਮ ਸਾਖੀ 'ਚ ਜ਼ਿਕਰ ਆਉਂਦਾ ਹੈ, ਇੱਕ ਦਿਨ ਸਤਿਗੁਰੂ ਜੀ ਟੁਰੇ ਜਾਂਦੇ ਨੇ ਤੇ ਭਾਈ ਬਾਲਾ ਤੇ ਮਰਦਾਨਾ ਜੀ ਨਾਲ ਨੇ। ਇੱਕ ਸੱਜਣ ਡੱਗੀ ਵਾਲਾ ਵਪਾਰੀ ਸਤਿਗੁਰੂ ਜੀ ਨੂੰ ਰਾਹ ਮਿਲਿਆ। ਉਹਨੂੰ ਰੋਕ ਕੇ ਸਤਿਗੁਰੂ ਜੀ ਕਹਿੰਦੇ, ਭਾਈ ਕੀ ਵੇਚਦਾ? ਕਹਿੰਦਾ ਜੀ ਲੂਣ ਮਿਰਚ ਹਲਦੀ ਆਹ ਸਮਾਨ ਹੈ, ਪਿੰਡ ਪਿੰਡ ਜਾ ਕੇ ਵੇਚਦਾ।
ਕਿਹੜੀ ਵਸਤੂ ਵਿੱਚ ਪਾ ਕੇ ਵੇਚਦਾ ਹੈ? ਕਹਿੰਦਾ ਜੀ ਆਹ ਤੱਕੜੀ ਹੈ, ਇਹਦੇ ਨਾਲ ਆ ਤੋਲਦਾ, ਆਹ ਪੱਥਰ ਨੇ, ਇਹ ਤੋਲ ਵੱਟੇ ਨੇ ਜਿਨ੍ਹਾਂ ਨਾਲ ਤੋਲਦਾ। ਸਾਹਿਬ ਕਹਿਣ ਲੱਗੇ ਜਿਹੜੇ ਵੱਟੇ ਨੇ ਕਿਹੜੇ ਕਿਹੜੇ ਵਜਨ ਦੇ ਨੇ? ਉਹਦੇ ਕੋਲੋਂ ਜਿਹੜੇ ਵੱਟੇ ਸਨ ਉਹਨੇ ਦੱਸਿਆ ਜੀ ਆਹ 2 ਸੇਰ ਦਾ ਵੱਟਾ ਹੈ, ਇਹ 1.25 ਸੇਰ ਦਾ, ਇਹ ਸੇਰ ਦਾ। ਜਿਹੜਾ ਸਭ ਤੋਂ ਛੋਟਾ ਸੀ ਉਹ ਸੀ ਪਾਈਆ ਦਾ। ਪਾਈਆ ਦਾ ਵੱਟਾ ਹੱਥ ਵਿੱਚ ਫੜ ਕੇ ਮਹਾਰਾਜ ਜੀ ਕਹਿੰਦੇ ਧੰਨ ਹੈ, ਇਹ ਧੰਨ ਹੈ। ਉਹ ਅੱਗੋਂ ਪੁੱਛਣ ਲੱਗਾ ਮਹਾਰਾਜ ਜੀ ਵੀ ਇਹ ਪੱਥਰ ਭਲਾ ਕਿਉਂ ਧੰਨ ਹੈ ਜਿਹੜਾ ਪਾਈਆ ਦਾ? ਮਹਾਰਾਜ ਜੀ ਕਹਿੰਦੇ ਤਾਂ ਧੰਨ ਹੈ ਕਿਉਂਕਿ ਇਹਨੇ ਆਪਣੇ ਆਪ ਨੂੰ ਸਭ ਤੋਂ ਛੋਟਾ ਗਣਾਇਆ। ਇਹਨੇ ਆਪਣੇ ਆਪ ਨੂੰ ਸਭ ਤੋਂ ਛੋਟਾ ਸਦਾਇਆ ਤੇ ਛੋਟਾ ਗਣਾਇਆ। ਜਿਹੜਾ ਆਪਣੇ ਹਿਰਦੇ ਵਿੱਚੋਂ ਆਪਣੀ ਮੈਂ ਮੇਰੀ ਦਾ ਤਿਆਗ ਕਰਕੇ ਸਭ ਤੋਂ ਨੀਵਾਂ ਸਦਾਉਂਦਾ ਉਹ ਧੰਨ ਹੋ ਜਾਂਦਾ, ਉਹ ਕਿਰਤਾਰਥ ਹੋ ਜਾਂਦਾ। ਇਹ ਸੁਣਨ ਦੀ ਦੇਰੀ ਸੀ ਕਿ ਉਸ ਵਪਾਰੀ, ਉਹ ਜਿਹੜਾ ਡੱਗੀ ਵਾਲਾ ਵਪਾਰੀ ਸੀ, ਉਹ ਸਤਿਗੁਰਾਂ ਦੇ ਚਰਨਾਂ ਤੇ ਢਹਿ ਕੇ ਮੱਥਾ ਟੇਕ ਕੇ ਇੱਕਦਮ ਆਤਮਿਕ ਆਨੰਦ ਦੇ ਖੇੜੇ ਵਿੱਚ ਜਾ ਟਿਕਿਆ। ਬਸ ਫਿਰ ਉਹ ਕੁਝ ਬੋਲਿਆ ਨਹੀਂ, ਅਬੋਲ ਹੋ ਗਿਆ। ਜੋ ਜਾਣਨਾ ਸੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਝਟ ਜਾਣ ਲਿਆ, ਮੱਥਾ ਟੇਕਿਆ ਤੇ ਚਲਾ ਗਿਆ। ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਸਾਹਿਬ ਨੂੰ ਪੁੱਛਦੇ, ਮਹਾਰਾਜ ਰਾਹ ਜਾਂਦਾ ਵਪਾਰੀ ਟੁਰਿਆ ਆਉਂਦਾ ਸੀ, ਇਹ ਕਦੇ ਪਹਿਲਾਂ ਤੁਹਾਨੂੰ ਮਿਲਿਆ ਨਹੀਂ, ਤੁਹਾਡੀ ਸੰਗਤ ਨਹੀਂ ਕੀਤੀ, ਤੁਹਾਡੀ ਸੰਗਤ 'ਚ ਸ਼ੋਭਤ 'ਚ ਨਹੀਂ ਬੈਠਿਆ, ਟੁਰੇ ਜਾਂਦੇ ਤੇ ਕਿਰਪਾ ਕਰਕੇ ਤੁਸੀਂ ਉਹਨੂੰ ਆਤਮ ਗਿਆਨ ਦੀ ਸੋਝੀ ਦੇ ਦਿੱਤੀ ਹੈ। ਸਮਝ ਨਹੀਂ ਆਈ ਵੀ ਐਸਾ ਕਿਉਂ, ਤੁਸੀਂ ਇੰਨਾ ਸਸਤਾ ਸੌਦਾ ਰੱਖਿਆ ਆਪਣੇ ਕੋਲ ਵੀ ਜਿਹੜਾ ਰਾਹ ਆਉਂਦਾ ਟੁਰੇ ਜਾਂਦਾ ਆਵੇ ਤੇ ਉਹਨੂੰ ਦੇ ਦਿਓ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਬਾਲਾ ਜੀ ਦੀਵਾ ਤਿਆਰ ਸੀ, ਵਿੱਚ ਬੱਤੀ ਵੀ ਸੀ, ਤੇਲ ਵੀ ਸੀ, ਬਸ ਉਹਨੂੰ ਜੋਤ ਜਲਾਣੀ ਸੀ। ਇਹ ਜਿਹੜਾ ਸੱਜਣ ਪੁਰਸ਼ ਆਇਆ ਸੀ, ਇਹਦੇ ਪੂਰਬਲੇ ਜਨਮਾਂ ਦੀ ਬੰਦਗੀ ਸੀ, ਦੀਵਾ ਤਿਆਰ ਸੀ, ਇਹਦੀ ਪਿਛਲੇ ਜਨਮਾਂ ਦੀ ਭਗਤੀ ਸੀ, ਤਪ ਤੇਜ ਸੀ, ਇਹਦਾ ਅੰਤਸ਼ਕਰਨ ਸ਼ੁੱਧ ਸੀ, ਬਸ ਗਿਆਨ ਦਾ ਜੋਤ ਅਸੀਂ ਜਗਾਉਣੀ ਸੀ, ਉਹ ਝਟ ਜਗਾ ਦਿੱਤੀ ਹੈ। ਜਨਮ ਸਾਖੀ ਦੇ ਕਰਤੇ ਨੇ ਜਦੋਂ ਇਹ ਸਾਖੀ ਲਿਖੀ ਤੇ ਉਹਦੇ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪੂਰੇ ਗੁਰੂ ਦਾ ਮੇਲ ਪੂਰਬਲੇ ਜਨਮਾਂ ਦੇ ਕੀਤੇ ਚੰਗੇ ਕਰਮਾਂ ਦੇ ਸਦਕਾ ਪਰਮੇਸ਼ਰ ਧੁਰ ਦਰਗਾਹ ਤੋਂ ਬਣਾ ਕੇ ਲਿਖ ਕੇ ਭੇਜਦਾ। ਬਿਨਾਂ ਭਾਗਾਂ ਤੋਂ, ਬਿਨਾਂ ਪੂਰਬਲੇ ਜਨਮਾਂ ਦੀ ਕੀਤੀ ਬੰਦਗੀ ਤੋਂ ਗੁਰੂ ਦਾ ਮੇਲ ਪ੍ਰਾਪਤ ਨਹੀਂ ਹੁੰਦਾ। ਇੱਥੇ ਵੀ ਤੀਸਰੇ ਪਾਤਸ਼ਾਹ ਕਹਿ ਰਹੇ ਨੇ, ਜਿਨ੍ਹਾਂ ਦੇ ਧੁਰ ਦਰਗਾਹ ਤੋਂ ਪਰਮੇਸ਼ਰ ਨੇ ਲੇਖ ਪਾ ਦਿੱਤੇ ਨੇ, 3 ਗੁਰ ਮਿਲਿਆ, ਉਹਨਾਂ ਨੂੰ ਗੁਰੂ ਮਿਲਦਾ, ਉਹਨਾਂ ਨੂੰ ਗੁਰੂ ਦਾ ਮੇਲ ਪ੍ਰਾਪਤ ਹੁੰਦਾ ਹੈ। 3 ਜਨਮ ਮਰਨ ਭਉ ਭਾਗਾ, ਜਿਨ੍ਹਾਂ ਨੂੰ ਗੁਰੂ ਮਿਲਿਆ, ਤਿਨਾਂ ਦੇ ਜਨਮ ਤੇ ਮਰਨ ਦਾ ਜਿਹੜਾ ਡਰ ਸੀ ਉਹ ਨੱਠ ਗਿਆ। 3 ਜਨਮ ਮਰਨ ਭਉ ਭਾਗਾ, ਤਿਨਾਂ ਦੇ ਜਨਮ ਤੇ ਮਰਨ ਦਾ ਭਉ ਨੱਠ ਗਿਆ, ਨਿਰਵਿਰਤ ਹੋ ਗਿਆ। ਅੰਦਰਹ ਦੁਰਮਤ ਦੂਜੀ ਖੋਈ, ਸੋ ਜਨ ਹਰ ਲਿਵ ਲਾਗਾ। ਜਿਨ੍ਹਾਂ ਦੇ ਅੰਦਰੋਂ ਖੋਟੀ ਮਤ ਚਲੀ ਗਈ, ਦੁਰਮਤ ਦਾ ਮਤਲਬ ਹੁੰਦਾ ਭੈੜੀ ਮਤ, ਦੂਜੇ ਭਾਵ ਵਾਲੀ ਦੁਬਦਾ ਵਾਲੀ ਮਤ। ਜਿਨ੍ਹਾਂ ਅੰਦਰੋਂ ਦੂਜੀ ਮਤ ਦਵੈਸ਼ ਦੀ ਚਲੀ ਗਈ, ਉਹ ਜਨ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨਾਲ ਆਪਣੀ ਲਿਵ ਲਾ ਲੈਂਦੇ ਹਨ। ਸੋ ਜਨ ਹਰ ਲਿਵ ਲਾਗਾ, ਉਹ ਜਨ ਹਰੀ ਅਕਾਲ ਪੁਰਖ ਪਰਮੇਸ਼ਰ ਨਾਲ ਆਪਣੀ ਲਿਵ ਜੋੜ ਲੈਂਦੇ ਨੇ। ਤਿਨਾਂ ਦੀ ਸੁਰਤ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦੀ ਹੈ। ਜਿਨ ਕਾ ਕਿਰਪਾ ਕੀਨੀ ਮੇਰਾ ਸੁਆਮੀ,
ਤਿਨ ਆਨ ਦਿਨ ਹਰ ਗੁਣ ਗਾਈ। ਜਿਨ੍ਹਾਂ ਤੇ ਮੇਰੇ ਸੁਆਮੀ ਨੇ ਆਪਣੀ ਕਿਰਪਾ ਕੀਤੀ ਹੈ, ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਰਾਤ ਦੇ ਨੱਠੇ ਪੈਰ ਗੁਣ ਗਾਉਂਦੇ ਹੈ, ਜਿਨ੍ਹਾਂ ਤੇ ਕਿਰਪਾ। ਬਿਨਾਂ ਕਿਰਪਾ ਤੋਂ ਤਾਂ ਖਾਲਸਾ ਜੀ ਅਸੀਂ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਰ ਸਕਦੇ। ਜਿਸ ਦਿਨ ਕਿਰਪਾ ਹੁੰਦੀ ਹੈ ਉਸ ਦਿਨ ਜਪਜੀ ਸਾਹਿਬ ਵੀ ਪੜ੍ਹ ਲੈਂਦੇ ਆ, ਉਸ ਦਿਨ ਜਾਪ ਸਾਹਿਬ ਵੀ ਪੜ੍ਹ ਲੈਂਦੇ ਆ। ਜੇ ਕਿਰਪਾ ਨਾ ਹੋਵੇ ਤੇ ਇੱਕ ਵਾਰ ਇੱਕ ਓੰਕਾਰ ਵੀ ਨਹੀਂ ਕਹਿ ਹੁੰਦਾ ਰਸਨਾ ਤੋਂ। ਤੋ ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੈ, ਮੇਰੇ ਸੁਆਮੀ ਦੀ ਕਿਰਪਾ ਹੈ, ਉਹੀ ਰਾਤ ਦਿਨ ਉਸ ਅੱਠੇ ਪਹਿਰ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦੇ ਹਨ। ਸੁਣ ਮਨ ਭੀਨੇ ਸਹਜ ਸੁਭਾਈ। ਜਿਨ੍ਹਾਂ ਦਾ ਮਨ ਸੁਤੇ ਸਿੱਧ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਸੁਣ ਕੇ ਭਿੱਜ ਗਿਆ, ਉਸ ਨਿਰੰਕਾਰ ਦੇ ਰੰਗਾਂ ਵਿੱਚ ਰੰਗੇ ਗਏ ਹਨ। ਜੁਗ ਮਹਿ ਰਾਮ ਨਾਮ ਨਿਸਤਾਰਾ। ਆ ਜਿਹੜਾ ਯੁੱਗ ਚੱਲਦਾ ਹੈ, ਕਲਯੁਗ ਦਾ ਸਮਾਂ, ਕਲਯੁਗ ਦੇ ਇਸ ਸਮੇਂ ਵਿੱਚ ਇੱਕੋ ਇੱਕ ਛੁਟਕਾਰੇ ਦਾ ਸਾਧਨ ਹੈ, ਉਹ ਹੈ ਰਾਮ ਦਾ, ਹਰੀ ਦਾ, ਪਰਮੇਸ਼ਰ ਦਾ ਨਾਮ। ਜਿਹੜੇ ਨਾਮ ਦੀ ਕਮਾਈ ਕਰਨਗੇ, ਨਾਮ ਦੀ ਸਾਧਨਾ ਕਰਨਗੇ, ਨਾਮ ਜਪਣਗੇ, ਨਾਮ ਧਿਆਵਣਗੇ, ਉਹਨਾਂ ਦਾ ਛੁਟਕਾਰਾ ਹੋਣਾ। ਇਸ ਯੁੱਗ ਵਿੱਚ ਕੇਵਲ ਨਾਮ ਦੁਆਰਾ ਹੀ ਮੁਕਤੀ ਹੋਣੀ। ਇਸ ਕਰਕੇ ਗੁਰਬਾਣੀ ਪੜ੍ਹਨ ਵਾਲੇ ਗੁਰਮੁਖ ਮਹਾਂਪੁਰਸ਼ ਸਾਨੂੰ ਸਾਰੇ ਇਹੀ ਸੰਬੋਧਨ ਕਰਕੇ ਕਹਿੰਦੇ ਆ, ਨਾਮ ਜਪਿਆ ਕਰੋ। ਬਿਨਾਂ ਨਾਮ ਦੀ ਕਮਾਈ ਤੋਂ ਸੁਰਤੀ ਦੀ ਇਕਾਗਰਤਾ ਨਹੀਂ ਹੋਣੀ। ਜਿਤਨਾ ਵੀ ਮਨ ਇਕਾਗਰ ਹੋਵੇਗਾ ਉਹ ਸਿਮਰਨ ਦੀ ਸਾਧਨਾ ਦੁਆਰਾ ਹੋਵੇਗਾ। ਨਾਮ ਜਪੇ ਬਿਨਾਂ ਇਕਾਗਰਤਾ ਨਹੀਂ ਬਣਨੀ। ਕਲੀ ਕਾਲ ਦੇ ਘੋਰ ਸਮੇਂ ਵਿੱਚ ਕੇਵਲ ਤਾਂ ਕੇਵਲ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ ਜੋ ਇਸ ਜੀਵ ਦੀ ਬੰਦ ਖਲਾਸੀ ਕਰ ਸਕਦਾ। ਜੁਗ ਮਹਿ ਰਾਮ ਨਾਮ ਨਿਸਤਾਰਾ। ਕਲਯੁਗ ਵਿੱਚ ਹੈ ਹੀ ਨਾਮ ਦਾ ਬੀਜ ਬੀਜਣ ਦੀ ਰੁੱਤ ਹੈ। ਇਸ ਰੁੱਤ ਵਿੱਚ ਕੋਈ ਹੋਰ ਬੀਜ ਬੀਜ ਹੀ ਨਹੀਂ ਸਕਦੇ, ਉਗਣਾ ਹੀ ਨਹੀਂ ਹੈ। ਜੇ ਬੀਜੋਗੇ ਬੀਜ ਵੀ ਨਸ਼ਟ ਹੋਵੇਗਾ। ਕੱਲੀ ਕਾਲ ਦੇ ਇਸ ਸਮੇਂ ਵਿੱਚ ਕੇਵਲ ਤਾਂ ਕੇਵਲ ਇੱਕੋ ਬੀਜ ਹੋਣਾ, ਤਾਂ ਉਹ ਹੈ ਵਾਹਿਗੁਰੂ ਗੁਰਮੰਤਰ, ਸਤਿਗੁਰਾਂ ਦਾ ਦਿੱਤਾ ਹੋਇਆ ਅੰਮ੍ਰਿਤ ਨਾਮ। ਤੋ ਇਸ ਯੁੱਗ ਵਿੱਚ ਕੇਵਲ ਤਾਂ ਕੇਵਲ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਹੈ, ਜਿਸ ਦੁਆਰਾ ਇਸ ਜੀਵ ਦਾ ਇਸ ਭਵ ਸਾਗਰ ਤੋਂ ਪਾਰ ਉਤਾਰਾ ਹੋਣਾ ਹੈ। ਗੁਰ ਤੇ ਉਪਜੈ ਸ਼ਬਦ ਵਿਚਾਰਾ। ਸ਼ਬਦ ਦੀ ਜਿਹੜੀ ਵਿਚਾਰ ਹੈ ਨਾ, ਬ੍ਰਹਮ ਵਿਚਾਰ ਜਿਹਨੂੰ ਆਪਾਂ ਕਹਿੰਦੇ ਆ, ਉਹ ਬ੍ਰਹਮ ਵਿਚਾਰ ਗੁਰੂ ਤੋਂ ਉਪਜਣੀਆਂ, ਗੁਰੂ ਤੋਂ ਪ੍ਰਾਪਤ ਹੋਣੀ ਹੈ। ਬਿਨਾਂ ਸਤਿਗੁਰਾਂ ਤੋਂ ਬ੍ਰਹਮ ਵਿਚਾਰ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ। ਜਿਸ ਕਿਰਪਾ ਕਰੇ ਸੋ ਪਾਈ। ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਪ੍ਰਾਪਤ ਹੋ ਗਈ, ਉਹੀ ਰਾਮ ਦੇ ਨਾਮ ਨਾਲ ਪ੍ਰੀਤ ਕਰਦੇ ਆ। ਤੇ ਹਰੀ ਦੇ ਨਾਮ ਦੀ ਪ੍ਰਾਪਤੀ ਕਿਹਨਾਂ ਨੂੰ ਹੁੰਦੀ ਹੈ? ਜਿਨ੍ਹਾਂ ਤੇ ਕਿਰਪਾ ਹੋਵੇ। ਜਿਸ ਕਿਰਪਾ ਕਰੇ ਸੋ ਪਾਏ। ਜਿਹਦੇ ਤੇ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਉਹੀ ਉਸ ਹਰੀ ਨਿਰੰਕਾਰ ਜੀ ਦੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਦੇ ਹਨ। ਸਹਜੀ ਗੁਣ ਗਾਵੇ ਦਿਨ ਰਾਤੀ, ਕਿਲ ਵੇਖ ਸਭ ਗਵਾਈ। ਸਹਿਜੇ ਹੀ ਰੱਬ ਦੇ ਪਿਆਰੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਆ ਰਾਤ ਦਿਨ, ਔਰ ਨਿਰੰਕਾਰ ਦੇ ਗੁਣਾਂ ਨੂੰ ਗਾਇਨ ਕਰਦੇ ਆ। ਤਿਨਾਂ ਦੇ ਜਿਤਨੇ ਵੀ ਪਾਪ ਹਨ, ਕਿਲ ਵਿਖ ਹਨ, ਉਹ ਸਭ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਸਭ ਕੋ ਤੇਰਾ ਤੂੰ ਸਭਨਾ ਕਾ, ਹਉ ਤੇਰਾ ਤੂੰ ਹਮਾਰਾ। ਇਹ ਸਾਰਾ ਸੰਸਾਰ ਹੈ ਵਾਹਿਗੁਰੂ ਤੇਰਾ ਹੈ, ਤੂੰ ਸਭ ਦਾ ਹੈ। ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਹਾਂ, ਤੂੰ ਸਾਡਾ ਹੈ। ਹਉ ਤੇਰਾ
ਤੂੰ ਹਮਾਰਾ। ਮੈਂ ਤੇਰਾ ਹਾਂ, ਤੇ ਜਦੋਂ ਮੈਂ ਤੇਰਾ ਹੋ ਗਿਆ ਤੇ ਫਿਰ ਤੂੰ ਸਾਡਾ ਹੋ ਗਿਆ। ਉਹ ਤਾਂ ਕਹਿੰਦਾ ਵੀ ਤੂੰ ਮੇਰਾ ਹੋ, ਮੈਂ ਤਾਂ ਪਹਿਲਾਂ ਹੀ ਤੇਰੇ ਅੰਦਰ ਬੈਠਾ, ਤੂੰ ਹੀ ਬਗਾਨਾ ਬਗਾਨਾ ਜਾ ਹੋਇਆ ਟੁਰਿਆ ਫਿਰਦਾ ਸੱਜੇ ਖੱਬੇ। ਕਹਿੰਦੇ ਹੇ ਪ੍ਰਭੂ ਮੈਂ ਤੇਰਾ ਹਾਂ ਤੇ ਤੂੰ ਸਾਡਾ ਆਪਣਾ ਆਪ ਹੈ। ਜੁਗ ਮਹਿ ਰਾਮ ਨਾਮ ਨਿਸਤਾਰਾ। ਕਲਯੁਗ ਵਿੱਚ ਕੇਵਲ ਤਾਂ ਕੇਵਲ ਰਾਮ ਦੇ ਨਾਮ ਦੁਆਰਾ ਹੀ ਇਸ ਜੀਵ ਦੀ ਬੰਦ ਖਲਾਸੀ ਹੋਣੀ ਹੈ। ਸਾਜਨ ਆਏ ਬੁੱਠੇ ਘਰ ਮਾਹੀ। ਇਹ ਸੱਜਣ ਜੀਓ ਆਓ ਮਹਾਰਾਜ, ਮੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਵਸ ਜਾਓ। ਮੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਆਪਣਾ ਨਿਵਾਸ ਕਰੋ। ਹੇ ਹਰੀ ਸੱਜਣ ਜੀ, ਮੇਰੇ ਹਿਰਦੇ ਵਿੱਚ ਆ ਵਸੋ। ਹਰ ਗੁਣ ਗਾਵਹਿ ਤ੍ਰਿਪਤ ਅਗਾਹੀ। ਹਰੀ ਦੇ ਗੁਣਾਂ ਨੂੰ ਅਸੀਂ ਗਾਉਂਦੇ ਹਾਂ, ਜਿਸ ਦੇ ਗੁਣਾਂ ਨੂੰ ਗਾ ਕੇ ਤ੍ਰਿਪਤ ਹੋ ਗਏ ਹਾਂ, ਅਗਾਈ ਰੱਜ ਗਏ ਹਾਂ। ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਫਿਰ ਭੂਖ ਨਾ ਲਾਗੈ ਆਈ। ਹਰੀ ਦੇ ਗੁਣਾਂ ਨੂੰ ਗਾ ਕੇ ਇਹ ਜੀਵ ਸਦਾ ਲਈ ਤ੍ਰਿਪਤਾਸੀ ਤ੍ਰਿਪਤ ਹੋ ਜਾਂਦਾ। ਤੇ ਜਦੋਂ ਤ੍ਰਿਪਤ ਹੋ ਜਾਂਦਾ ਫਿਰ ਇਹਨੂੰ ਕਿਸੇ ਵੀ ਪ੍ਰਕਾਰ ਦੀ ਭੁੱਖ ਨਹੀਂ ਵਿਆਪਦੀ। ਫਿਰ ਭੁੱਖ ਨਾ ਲਾਗੈ ਆਏ, ਫਿਰ ਇਹਨੂੰ ਕਿਸੇ ਵੀ ਪ੍ਰਕਾਰ ਦੀ ਭੁੱਖ ਨਹੀਂ ਲੱਗਦੀ, ਨਹੀਂ ਵਿਆਪਦੀ। ਦਹ ਦਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਧਿਆਈ। ਦਸਾਂ ਦਿਸ਼ਾਵਾਂ ਵਿੱਚ ਹਰੀ ਦੇ ਜਨਾਂ ਦੀ ਪੂਜਾ ਹੁੰਦੀ ਹੈ। ਕਿਹੜੇ ਹਰੀ ਦੇ ਜਨਾਂ ਦੀ? ਜਿਹੜੇ ਹਰੀ ਦਾ ਨਾਮ ਧਿਆਉਂਦੇ ਆ, ਜੋ ਹਰ ਹਰ ਨਾਮ ਧਿਆਏ। ਜਿਹੜੇ ਹਰੀ ਦਾ ਨਾਮ ਧਿਆਉਂਦੇ ਹਨ, ਮਹਾਰਾਜ ਜੀ ਕਹਿੰਦੇ ਨਾਮ ਜਪਣ ਵਾਲਿਆਂ ਦੀ ਪੂਜਾ ਸੁਤੇ ਸਿੱਧੀ ਦਸਾਂ ਦਿਸ਼ਾਵਾਂ ਵਿੱਚ ਪ੍ਰਗਟ ਹੋ ਜਾਂਦੀ ਹੈ। ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਮੇਰਾ ਵਾਹਿਗੁਰੂ ਆਪ ਹੀ ਜਿਨ੍ਹਾਂ ਦੇ ਕਰਮ ਵੇਖਦਾ ਹੈ ਤੇ ਵੇਖ ਕੇ ਆਪਣੇ ਨਾਲ ਜੋੜ ਲੈਂਦਾ, ਤੇ ਜਿਹੜੇ ਭੈੜੇ ਮਾੜੇ ਕਰਮਾਂ ਵਾਲੇ ਨੇ ਉਹਨਾਂ ਨੂੰ ਆਪਣੇ ਤੋਂ ਵਿਛੋੜ ਦਿੰਦਾ। ਜੋੜਨ ਵਾਲਾ ਵੀ ਉਹ ਹੈ, ਵਿਛੋੜਨ ਵਾਲਾ ਵੀ ਉਹ ਹੈ। ਹਰੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਸਾਜਨ ਆਏ ਬੁੱਠੇ ਘਰ ਮਾਹੀ। ਇਹ ਹਰੀ ਸੱਜਣ ਜੀ ਆਓ ਮਹਾਰਾਜ, ਮੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਵਸ ਜਾਓ। 818 ਮੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਹੇ ਹਰੀ ਸੱਜਣ ਜੀ ਤੁਸੀਂ ਆ ਕੇ ਆਪਣਾ ਨਿਵਾਸ ਕਰ ਲਓ। ਇਦਾਂ ਕਹਿ ਸਕਦੇ ਆ, ਆਪਣਾ ਸਾਖਸ਼ਾਤਕਾਰ ਕਰ ਦਿਓ ਮਹਾਰਾਜ। ਇਹ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅੰਮ੍ਰਿਤ ਬਚਨ ਹਨ।